हाँ जी, गुरु स्टडी पॉइंट ਤੇ ਆਪ ਜੀ ਦਾ ਸਵਾਗਤ ਹੈ ਦੋਸਤੋ। ਵੱਖ-ਵੱਖ ਅੰਦੋਲਨਾਂ ਦੇ ਨਾਲ ਸੰਬੰਧਿਤ ਆਪਣਾ ਲੈਕਚਰ ਹੋਊਗਾ। ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਫੈਲੀਆਂ ਹੋਈਆਂ ਸੀਗੀਆਂ। ਉਹ ਕੁਰੀਤੀਆਂ ਦਾ ਖੰਡਨ ਕਰਨ ਦੇ ਲਈ ਮਹਾਨ ਵਿਅਕਤੀਆਂ ਵੱਲੋਂ ਮਹਾਨ ਅੰਦੋਲਨ ਚਲਾਏ ਗਏ। ਉਹ ਕਦੋਂ ਚਲਾਏ ਗਏ, ਕਿਹੜਾ ਅੰਦੋਲਨ ਕਿਹੜੇ ਵਿਸ਼ੇ ਦੇ ਨਾਲ ਸੰਬੰਧਿਤ ਸੀਗਾ, ਕਦੋਂ ਚੱਲਿਆ, ਉਹਦੇ ਬਾਰੇ ਆਪਣਾ ਅੱਜ ਦਾ ਲੈਕਚਰ ਹੋਊਗਾ। 2-3 ਪ੍ਰਸ਼ਨ ਆਉਣ ਦੇ ਚਾਂਸ ਹੁੰਦੇ ਆ PS ਟੈਟ 2 ਪੇਪਰ 'ਚ SST ਵਿਸ਼ੇ ਨਾਲ ਸੰਬੰਧਿਤ ਅੰਦੋਲਨਾਂ ਦੇ ਵਿੱਚੋਂ। ਸੋ ਸ਼ੇਅਰ ਜ਼ਰੂਰ ਕਰਿਓ। ਇਸ ਤਰ੍ਹਾਂ ਦਾ ਲੈਕਚਰ ਤੁਹਾਨੂੰ ਬਹੁਤ ਘੱਟ ਸੁਣਨ ਨੂੰ ਮਿਲਿਆ ਹੋਊਗਾ। ਸਪੈਸ਼ਲ ਆਪਾਂ ਤੁਹਾਡੇ ਲਈ ਇਹ ਟਾਈਪ ਕੀਤਾ ਲੈਕਚਰ ਹੈਗਾ SST ਵਿਸ਼ੇ ਦੇ ਲਈ। ਸੋ ਸ਼ੁਰੂ ਕਰੀਏ ਆਪਾਂ। ਪਹਿਲਾ ਪ੍ਰਸ਼ਨ, ਬ੍ਰਹਮਾ ਸਮਾਜ ਕਦੋਂ ਸਥਾਪਿਤ ਕੀਤਾ ਗਿਆ? ਸੋ ਬ੍ਰਹਮਾ ਸਮਾਜ ਜਿਹੜਾ ਸੀ 1828 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ। ਕਿਹਨੇ ਕੀਤਾ, ਕਿਵੇਂ ਕੀਤਾ, ਇਹ ਸਾਰੇ ਪ੍ਰਸ਼ਨ ਇਹਦੇ ਨਾਲ ਸੰਬੰਧਿਤ ਆਉਣਗੇ। ਤੁਹਾਡੀ ਰਿਵੀਜ਼ਨ ਹੋ ਜਾਣੀ ਆ, ਵਧੀਆ ਤਰੀਕੇ ਨਾਲ ਤਿਆਰੀ ਹੋ ਜਾਣੀ ਆ। ਜੁੜੇ ਰਹੋ ਚੈਨਲ ਦੇ ਨਾਲ। ਬ੍ਰਹਮਾ ਸਮਾਜ ਯਾਦ ਰੱਖਿਓ 1828 ਦੇ ਵਿੱਚ ਸਥਾਪਿਤ ਕੀਤਾ ਗਿਆ। ਅਗਲਾ ਪ੍ਰਸ਼ਨ, ਬ੍ਰਹਮਾ ਸਮਾਜ ਦੀ ਸਥਾਪਨਾ ਕਿਸ ਨੇ ਤੇ ਕਿੱਥੇ ਕੀਤੀ ਗਈ? ਸੋ ਬ੍ਰਹਮਾ ਸਮਾਜ 1828 ਦੇ ਵਿੱਚ ਦੇਖੋ ਇਹਦੀ ਸਥਾਪਨਾ ਹੋਈ ਕਲਕੱਤਾ ਦੇ ਵਿੱਚ ਹੋਈ। ਰਾਜਾ ਰਾਮ ਮੋਹਨ ਰਾਏ ਨੇ ਕਲਕੱਤਾ ਦੇ ਵਿੱਚ 1828 ਦੇ ਵਿੱਚ ਬ੍ਰਹਮ ਸਮਾਜ ਦੀ ਸਥਾਪਨਾ ਕੀਤੀ ਰਾਜਾ ਰਾਮ ਮੋਹਨ ਰਾਏ ਨੇ। ਇਹ ਪੜ੍ਹਿਆ ਲਿਖਿਆ ਬੰਦਾ ਸੀ ਬਹੁਤ ਜ਼ਿਆਦਾ। ਰਾਜਾ ਰਾਮ ਮੋਹਨ ਰਾਏ ਦੀਆਂ ਕੋਸ਼ਿਸ਼ਾਂ ਦੇ ਸਦਕਾ ਹੀ ਮਤਲਬ ਸਤੀ ਪ੍ਰਥਾ ਦਾ ਅੰਤ ਹੋਇਆ ਸੀਗਾ 1829 ਦੇ ਵਿੱਚ। ਸੋ ਇਹ ਮਤਲਬ ਨਾ ਪੱਛਮੀ ਪੜ੍ਹਾਈ ਨੂੰ ਵੀ ਪਹਿਲ ਦਿੰਦਾ ਸੀ ਇਹ ਬੰਦਾ। ਕਹਿੰਦਾ ਸੀ ਵੀ ਸਿੱਖਿਅਤ ਵੱਧ ਤੋਂ ਵੱਧ ਹੋਣਾ ਚਾਹੀਦਾ। ਸੋ ਅਗਲਾ ਪ੍ਰਸ਼ਨ ਦੇਖਦੇ ਹਾਂ 3 ਨੰਬਰ। ਆਧੁਨਿਕ ਭਾਰਤ ਵਿੱਚ ਹਿੰਦੂ ਧਰਮ ਨੂੰ ਸੁਧਾਰਨ ਲਈ ਪਹਿਲਾ ਅੰਦੋਲਨ ਸੀ ਬ੍ਰਹਮੋ ਸਮਾਜ ਅੰਦੋਲਨ ਸੀ ਇਹ। ਦੇਖੋ ਆਧੁਨਿਕ ਭਾਰਤ ਜਿਹੜਾ ਹੁਣ ਦਾ ਭਾਰਤ ਹੈ, ਇਹਦੇ ਵਿੱਚ ਹਿੰਦੂ ਧਰਮ ਨੂੰ ਸੁਧਾਰਨ ਦੇ ਲਈ ਕਿਹੜਾ ਅੰਦੋਲਨ ਪਹਿਲਾ ਸੀ ਸਾਰਿਆਂ ਤੋਂ? ਬ੍ਰਹਮੋ ਸਮਾਜ 1828 ਦੇ ਵਿੱਚ ਸਥਾਪਿਤ ਹੋਇਆ। ਰਾਜਾ ਰਾਮ ਮੋਹਨ ਰਾਏ ਵੱਲੋਂ ਕਲਕੱਤਾ ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ। ਜੇ ਬ੍ਰਹਮੋ ਸਮਾਜ ਦਾ ਵਿਰੋਧੀ ਸੰਗਠਨ ਸੀ ਜੋ ਲਿਖਿਆ, ਜੋ ਬ੍ਰਹਮੋ ਸਮਾਜ ਦਾ ਵਿਰੋਧੀ ਸੰਗਠਨ ਸੀ ਜਿਸ ਨੇ ਸਤੀ ਪ੍ਰਥਾ ਤੇ ਹੋਰ ਸੁਧਾਰਾਂ ਦਾ ਵਿਰੋਧ ਕੀਤਾ। ਦੇਖੋ ਧਰਮ ਸਭਾ ਸੀ ਇਹ, ਇੱਕ ਧਰਮ ਸਭਾ ਬਣਾਈ ਹੋਈ ਸੀ। ਉਹਨੇ ਮਤਲਬ ਬ੍ਰਹਮੋ ਸਮਾਜ ਦਾ ਤਾਂ ਵਿਰੋਧ ਕੀਤਾ, ਪਰ ਸਤੀ ਪ੍ਰਥਾ ਤੇ ਹੋਰ ਸੁਧਾਰਾਂ ਦਾ ਵੀ ਵਿਰੋਧ ਕੀਤਾ ਉਹਨਾਂ ਨੇ। ਇਹ ਸਾਰੀਆਂ ਗੱਲਾਂ ਦਾ ਤੁਸੀਂ ਗੱਲ ਨੂੰ ਸਮਝਿਓ ਵੀ ਜਿਹੜਾ ਰਾਜਾ ਰਾਮ ਮੋਹਨ ਰਾਏ ਸੀ ਜਿਹਨੇ ਬ੍ਰਹਮੋ ਸਮਾਜ ਸਥਾਪਿਤ ਕੀਤਾ ਸੀ, ਉਹਨੇ ਸਤੀ ਪ੍ਰਥਾ ਦਾ ਅੰਤ ਵੀ ਕੀਤਾ ਸੀਗਾ। ਕਾਨੂੰਨ ਬਣਵਾਇਆ ਸੀ ਉਹਨੇ ਕਹਿ ਕੇ। ਤਾਂ ਇੱਕ ਮਤਲਬ ਧਰਮ ਸਭਾ ਸੀ ਇਹ। ਧਰਮ ਸਭਾ ਨੇ ਮਤਲਬ ਨਾਲੇ ਤਾਂ ਬ੍ਰਹਮੋ ਸਮਾਜ ਦਾ ਵਿਰੋਧ ਕੀਤਾ, ਨਾਲੇ ਸਤੀ ਪ੍ਰਥਾ ਤੇ ਹੋਰ ਸੁਧਾਰ ਹੋਏ ਸੀ ਜਿਹੜੇ ਇਹਨਾਂ 'ਚ ਸਤੀ ਪ੍ਰਥਾ ਦੇ ਵਿੱਚ ਸੁਧਾਰ ਹੋਏ ਸੀਗੇ, ਮਤਲਬ ਸਤੀ ਪ੍ਰਥਾ ਨੂੰ ਬੰਦ ਕੀਤਾ ਸੀ, ਉਹਦਾ ਵੀ ਵਿਰੋਧ ਕੀਤਾ ਇਹਨਾਂ ਨੇ। ਮਤਲਬ ਅੰਗਰੇਜ਼ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਭਾਰਤ ਦੇ ਲੋਕ, ਬਹੁਤ ਲੋਕ, ਵੱਡੀ ਗਿਣਤੀ ਲੋਕ ਨਾ ਕੁਰੀਤੀਆਂ ਨੂੰ ਛੱਡਣਾ ਨਹੀਂ ਚਾਹੁੰਦੇ, ਕੁਰੀਤੀਆਂ ਫੈਲਾਈ ਰੱਖਣਾ ਚਾਹੁੰਦੇ ਨੇ। ਤਾਂ ਜਦੋਂ ਸਤੀ ਪ੍ਰਥਾ ਦਾ ਅੰਗਰੇਜ਼ਾਂ ਨੇ ਕਾਨੂੰਨ ਬਣਾ ਕੇ ਰੱਦ ਕੀਤੀ ਨਾ, ਇਹ ਕਾਨੂੰਨ ਬਣਾ ਕੇ ਇਹਨੂੰ ਪ੍ਰਥਾ ਨੂੰ ਬੰਦ ਕੀਤਾ, ਤਾਂ ਬਾਹਲੇ ਲੋਕਾਂ ਨੇ ਵਿਰੋਧ ਕੀਤਾ ਇਹਦਾ ਵੀ ਸਤੀ ਪ੍ਰਥਾ ਬੰਦ ਨਹੀਂ ਹੋਣੀ ਚਾਹੀਦੀ। ਉਹਨਾਂ ਦੇ ਧਰਮ ਦੇ ਵਿੱਚ ਵੀ ਇਹ ਮਤਲਬ ਤਬਦੀਲੀ ਆਉਣੀ ਨਹੀਂ ਚਾਹੀਦੀ। ਸੋ ਤੁਸੀਂ ਸਮਝ ਗਏ ਹੋਵੋਗੇ। ਅਗਲਾ ਪ੍ਰਸ਼ਨ 5 ਨੰਬਰ, ਧਰਮ ਸਭਾ ਦੇ ਸੰਸਥਾਪਕ ਕੌਣ ਸੀ? ਰਾਧ ਕਾਂਤ ਦੇਵ ਸੀਗੇ। ਰਾਧਾ ਕਾਂਤ ਦੇਵ ਵੀ ਲਿਖਿਆ ਹੁੰਦਾ ਹੈ। ਧਰਮ ਸਭਾ ਜਿਹੜੀ ਸਤੀ ਪ੍ਰਥਾ ਦੇ ਵਿਰੋਧ ਦੇ ਖਿਲਾਫ ਸੀ, ਜਿਹੜੀ ਕਹਿੰਦੀ ਸੀ ਇਹਦਾ ਸਤੀ ਪ੍ਰਥਾ ਦਾ ਅੰਤ ਨਹੀਂ ਹੋਣਾ ਚਾਹੀਦਾ, ਬ੍ਰਹਮੋ ਸਮਾਜ ਦੇ ਖਿਲਾਫ ਸੀ ਜਿਹੜੀ। 6 ਨੰਬਰ, ਸਤੀ ਪ੍ਰਥਾ ਕਦੋਂ ਖਤਮ ਹੋਈ? 1829 ਦੇ ਵਿੱਚ ਵਿਲੀਅਮ ਬੈਂਟਿਕ ਦੀਆਂ ਕੋਸ਼ਿਸ਼ਾਂ, ਰਾਜਾ ਰਾਮ ਮੋਹਨ ਰਾਏ ਦੀਆਂ ਕੋਸ਼ਿਸ਼ਾਂ ਦੇ ਸਦਕਾ ਵਿਲੀਅਮ ਬੈਂਟਿਕ ਨੇ ਇਹ ਬਣਾਇਆ ਸੀ ਕਾਨੂੰਨ। 1829 ਦੇ ਵਿੱਚ ਸਤੀ ਪ੍ਰਥਾ ਦਾ ਅੰਤ ਕਰ ਦਿੱਤਾ ਗਿਆ ਸੀ। ਅਗਲਾ ਪ੍ਰਸ਼ਨ 7 ਨੰਬਰ, ਸਤੀ ਪ੍ਰਥਾ ਦੇ ਅੰਤ ਵਿੱਚ ਜਿਸ ਦੀ ਕੋਸ਼ਿਸ਼ ਸਭ ਤੋਂ ਜ਼ਿਆਦਾ ਸੀ? ਰਾਜਾ ਰਾਮ ਮੋਹਨ ਰਾਏ, ਤੁਸੀਂ ਜਾਣ ਚੁੱਕੇ ਹੋ। 8 ਨੰਬਰ ਪ੍ਰਸ਼ਨ, ਜਦੋਂ ਆਰੀਆ ਸਮਾਜ ਦੀ ਸਥਾਪਨਾ ਹੋਈ? ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ, ਟੈਟ 'ਚ ਆਇਆ ਹੋਇਆ। ਆਰੀਆ ਸਮਾਜ ਦੀ ਸਥਾਪਨਾ 1875 ਦੇ ਵਿੱਚ ਮੁੰਬਈ ਦੇ ਵਿੱਚ ਹੋਈ। ਆਰੀਆ ਸਮਾਜ ਦੀ ਸਥਾਪਨਾ। ਸੋ ਇਹ ਆਰੀਆ ਸਮਾਜ ਦੀ ਸਥਾਪਨਾ ਕੀਤੀ ਕਿਹਨੇ? ਸਵਾਮੀ ਦਇਆਨੰਦ ਸਰਸਵਤੀ ਨੇ। 1875 ਦੇ ਵਿੱਚ ਮੁੰਬਈ ਦੇ ਵਿੱਚ ਦਇਆਨੰਦ ਸਰਸਵਤੀ ਦੁਆਰਾ ਆਰੀਆ ਸਮਾਜ ਦੀ ਸਥਾਪਨਾ ਕੀਤੀ ਗਈ। ਆਰੀਆ ਸਮਾਜ ਕਿਸ ਦੇ ਵਿਰੁੱਧ ਸੀ? ਧਾਰਮਿਕ ਰਸਮਾਂ ਤੇ ਮੂਰਤੀ ਪੂਜਾ। ਧਾਰਮਿਕ ਰਸਮਾਂ ਸੀ, ਰੀਤੀ ਰਿਵਾਜ ਸੀ, ਪਖੰਡਵਾਦ ਸੀ, ਜਿਹੜਾ ਧਰਮਾਂ ਦੇ ਨਾਲ ਸੰਬੰਧਿਤ ਮੂਰਤੀ ਪੂਜਾ ਕਰਦੇ ਸੀ ਲੋਕ। ਆਰੀਆ ਸਮਾਜ ਇਹਦਾ ਖੰਡਨ ਕਰਦਾ ਸੀ। 19ਵੀਂ ਸਦੀ ਵਿੱਚ ਰਾਜਾ ਰਾਮ ਮੋਹਨ ਰਾਏ, ਜਿਸ ਨੂੰ ਭਾਰਤੀ ਪੁਨਰ ਜਾਗਰਨ ਦਾ ਪਿਤਾ ਮੰਨਿਆ ਜਾਂਦਾ। ਸੋ ਇਹ ਪ੍ਰਸ਼ਨ ਨਾ ਇਹ ਵੀ ਪੇਪਰ 'ਚ ਆਇਆ ਹੋਇਆ, ਪੁੱਛਿਆ ਜਾਂਦਾ ਹੈ ਵੀ 19ਵੀਂ ਸਦੀ ਦਾ ਜਿਹਨੂੰ ਪੁਨਰ ਜਾਗਰਨ ਦਾ ਪਿਤਾ ਮੰਨਿਆ ਜਾਂਦਾ ਹੈ 19ਵੀਂ ਸਦੀ ਦਾ, ਉਹ ਕੌਣ ਹੈ? ਰਾਜਾ ਰਾਮ ਮੋਹਨ ਰਾਏ।
ਆਧੁਨਿਕ ਭਾਰਤ ਦਾ ਪਿਤਾਮਾ ਵੀ ਕਹਿੰਦੇ ਆ ਰਾਜਾ ਰਾਮ ਮੋਹਨ ਰਾਏ ਨੂੰ। ਆਧੁਨਿਕ ਭਾਰਤ ਦਾ, ਮੌਜੂਦਾ ਭਾਰਤ ਦਾ ਪਿਤਾਮਾ, ਪੁਨਰ ਜਾਗਰਨ ਦਾ ਪਿਤਾਮਾ, 19ਵੀਂ ਸਦੀ ਦਾ ਪਿਤਾਮਾ। ਸੋ ਇਹ 9 ਨੰਬਰ ਸੀ। 10 ਨੰਬਰ ਪ੍ਰਸ਼ਨ ਦੇਖਦੇ ਹਾਂ। ਰਾਜਾ ਰਾਮ ਮੋਹਨ ਰਾਏ ਦਾ ਜਨਮ ਕਿੱਥੇ ਹੋਇਆ? ਰਾਧਨਗਰ, ਜ਼ਿਲ੍ਹਾ ਬਰਧਮਾਨ। ਰਾਧਨਗਰ, ਜ਼ਿਲ੍ਹਾ ਬਰਧਮਾਨ ਦੇ ਵਿੱਚ ਹੋਇਆ। 11 ਨੰਬਰ ਪ੍ਰਸ਼ਨ, ਸਵਾਮੀ ਦਇਆਨੰਦ ਸਰਸਵਤੀ ਮੂਲ ਸ਼ੰਕਰ ਦਾ ਅਸਲ ਨਾਮ ਕੀ ਸੀ? ਜਿਸ ਨੇ ਰਾਜਾ ਰਾਮ ਮੋਹਨ ਰਾਏ ਦੇ ਇੰਗਲੈਂਡ ਜਾਣ ਤੋਂ ਬਾਅਦ ਬ੍ਰਹਮੋ ਸਮਾਜ ਦੀ ਬਾਗਡੋਰ ਸੰਭਾਲੀ। ਸੋ ਰਾਮਚੰਦ ਵਿਦਵਾਗੀਤ ਸੀ ਉਹਦਾ ਨਾਂ ਸੀ ਜੀ, ਮੂਲ ਨਾਮ ਮੂਲ ਸ਼ੰਕਰ ਦਾ। ਦੇਖੋ ਇਹ ਜਦੋਂ ਰਾਜਾ ਰਾਮ ਮੋਹਨ ਰਾਏ ਇੰਗਲੈਂਡ ਚਲਾ ਗਿਆ ਉਸ ਤੋਂ ਬਾਅਦ ਬ੍ਰਹਮੋ ਸਮਾਜ ਦੀ ਬਾਗਡੋਰ ਸੰਭਾਲ ਲਈ ਸੀ ਉਹਨੇ, ਰਾਮਚੰਦ ਵਿਦਵਾਗੀਤ। ਸੋ ਅਗਲਾ ਪ੍ਰਸ਼ਨ ਜੀ 13 ਨੰਬਰ, ਜਿਨ੍ਹਾਂ ਦੇ ਯਤਨਾਂ ਨਾਲ ਬ੍ਰਹਮੋ ਸਮਾਜ ਦੀਆਂ ਜੜ੍ਹਾਂ ਉੱਤਰ ਪ੍ਰਦੇਸ਼, ਪੰਜਾਬ ਅਤੇ ਮਦਰਾਸ ਵਿੱਚ ਫੈਲੀਆਂ ਉਹ ਕੇਸਵਾ ਚੰਦਰ ਸੈਨ ਸੀ। ਇਹ ਵੀ ਬੰਦਾ ਬੜਾ ਘੈਂਟ ਸੀ, ਇਹਦੇ ਬਾਰੇ ਵੀ ਪੜ੍ਹਨਾ ਅਤੀ ਜ਼ਰੂਰੀ ਹੈ। ਮਤਲਬ ਇਹਨੇ ਬ੍ਰਹਮੋ ਸਮਾਜ ਨੂੰ ਫੈਲਾਇਆ ਸੀਗਾ ਉੱਤਰ ਪ੍ਰਦੇਸ਼ 'ਚ, ਪੰਜਾਬ 'ਚ ਅਤੇ ਮਦਰਾਸ ਦੇ ਵਿੱਚ, ਕੇਸਵ ਚੰਦਰ ਸੇਨ ਨੇ। ਕਿਸ ਨੇ 1815 ਈਸਵੀ ਵਿੱਚ ਕਲਕੱਤੇ ਵਿੱਚ ਆਤਮਿਆ ਸਭਾ ਦੀ ਸਥਾਪਨਾ ਕੀਤੀ? ਇਹ ਵੀ ਰਾਜਾ ਰਾਮ ਮੋਹਨ ਰਾਏ ਨਾਲ ਸੰਬੰਧਿਤ ਹੈ। ਜ਼ਿਆਦਾਤਰ ਪ੍ਰਸ਼ਨ ਰਾਜਾ ਰਾਮ ਮੋਹਨ ਰਾਏ ਦੇ ਨਾਲ ਸੰਬੰਧਿਤ ਨੇ ਆਪਣੇ ਇਹ ਅੱਜ ਦੇ ਅੰਦੋਲਨ ਨਾਲ ਸੰਬੰਧਿਤ। ਰਾਜਾ ਰਾਮ ਮੋਹਨ ਰਾਏ ਅਤੇ ਡੇਵਿਡ ਹੇਅਰ ਸੰਸਥਾ ਹਿੰਦੂ ਕਾਲਜ ਨਾਲ ਜੁੜੇ ਹੋਏ ਸੀ। ਇਹ ਸੰਸਥਾ ਸੀ ਡੇਵਿਡ ਹੇਅਰ ਸੰਸਥਾ ਅਤੇ ਰਾਜਾ ਰਾਮ ਮੋਹਨ ਰਾਏ, ਇਹਨਾਂ ਨੇ ਹਿੰਦੂ ਕਾਲਜ ਬਣਾਇਆ ਸੀ ਕਲਕੱਤੇ ਦੇ ਵਿੱਚ, ਧਿਆਨ 'ਚ ਰੱਖਿਓ। ਥਿਓਸਫਿਕਸ ਸੁਸਾਇਟੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ਗਈ? ਨਿਊਯਾਰਕ ਦੇ ਵਿੱਚ 1875 ਦੇ ਵਿੱਚ। ਨਿਊਯਾਰਕ ਦੇ ਵਿੱਚ ਸਥਾਪਿਤ ਕੀਤੀ ਗਈ ਸੀ 1875 ਦੇ ਵਿੱਚ। ਇਸੇ ਟਾਈਮ 'ਤੇ 1875 ਦੇ ਵਿੱਚ ਸਵਾਮੀ ਦਇਆਨੰਦ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ ਸੀ ਮੁੰਬਈ ਦੇ ਵਿੱਚ। ਭਾਰਤ ਵਿੱਚ ਥਿਓਸਫਿਕਸ ਸੁਸਾਇਟੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ਗਈ? 1882 ਈਸਵੀ ਵਿੱਚ, ਅਡਿਆਰ ਮਦਰਾਸ ਦੇ ਵਿੱਚ। ਦੇਖੋ ਉਹ ਪਹਿਲਾਂ 1875 ਦੇ ਵਿੱਚ ਸੀਗੀ, ਉੱਥੇ ਆਪਾਂ ਪੜ੍ਹਿਆ ਹੈਗਾ ਨਿਊਯਾਰਕ 'ਚ। ਭਾਰਤ ਦੇ ਵਿੱਚ 1882 ਦੇ ਵਿੱਚ, ਮਦਰਾਸ ਦੇ ਵਿੱਚ। ਜਿਸ ਨੇ ਸਤਿਆਰਥ ਪ੍ਰਕਾਸ਼ ਦੀ ਰਚਨਾ ਕੀਤੀ? ਦਇਆਨੰਦ ਸਰਸਵਤੀ। ਇਹ ਮਤਲਬ ਪੱਤਰਕਾ ਗਈ ਇੱਕ, ਸਤਿਆਰਥ ਪ੍ਰਕਾਸ਼ ਰਚਨਾ ਵੀ ਕਹਿੰਦੇ ਆ, ਇੱਕ ਕਿਤਾਬ ਵੀ ਕਹਿੰਦੇ ਆ ਇਹਨੂੰ, ਪੱਤਰਕਾ ਦੇ ਰੂਪ ਦੇ ਵਿੱਚ ਵੀ ਬੋਲਿਆ ਜਾਂਦਾ ਵੀ ਸਤਿਆਰਥ ਪ੍ਰਕਾਸ਼ ਦੀ ਰਚਨਾ ਕਿਹਨੇ ਕੀਤੀ ਸੀ? ਦਇਆਨੰਦ ਸਰਸਵਤੀ ਨੇ। ਜਿਸ ਨੇ ਵੇਦਾਂ ਕੀ ਔਰ ਚਲੋ ਦਾ ਨਾਅਰਾ ਦਿੱਤਾ? ਇਹ ਵੀ ਦਇਆਨੰਦ ਸਰਸਵਤੀ ਨੇ ਕਿਹਾ ਸੀਗਾ। ਦਇਆਨੰਦ ਸਰਸਵਤੀ ਹੀ ਕਹਿੰਦੇ ਸੀ ਵੀ ਵੇਦੋਂ ਕੀ ਔਰ ਲੋਟੋ, ਵੇਦਾਂ ਦਾ ਸਹਾਰਾ ਲਓ, ਵੇਦਾਂ ਦੇ ਬਾਰੇ 'ਚ ਗਿਆਨ ਪ੍ਰਾਪਤ ਕਰੋ। ਜਦੋਂ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਹੋਈ? ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ 1896-97 ਈਸਵੀ ਦੇ ਵਿੱਚ ਬੈਲੂਰ, ਕਲਕੱਤਾ ਦੇ ਵਿੱਚ ਹੋਈ। 2 ਡੇਟਾਂ ਇਹ ਲਿਖੀਆਂ ਹੋਈਆਂ ਨੇ ਵੀ ਦੋਨਾਂ 'ਚੋਂ ਕੋਈ ਵੀ ਆ ਜਾਂਦੀ ਹੈ। 1896 ਨੂੰ ਵੱਧ ਮੇਨ ਮੰਨਿਆ ਜਾਂਦਾ ਹੈ। ਸੋ ਕਿਤੇ ਕਿਤੇ 1897 ਵੀ ਲਿਖਿਆ ਹੋਇਆ 7ਵੀਂ ਦੀ ਕਲਾਸ ਦੇ ਵਿੱਚ। ਸੋ ਬੈਲੂਰ, ਕਲਕੱਤਾ ਦੇ ਵਿੱਚ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਸੋ ਇਹ ਦੱਸਦੇ ਹਾਂ ਅੱਗੇ ਕਿਹਨੇ ਕੀਤੀ ਸੀ? ਜਿਸ ਨੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ? ਸਵਾਮੀ ਵਿਵੇਕਾਨੰਦ ਨੇ। ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ 1896 ਦੇ ਵਿੱਚ ਸਵਾਮੀ ਵਿਵੇਕਾਨੰਦ ਵੱਲੋਂ ਕੀਤੀ ਗਈ। ਸੋ ਬ੍ਰਹਮੋ ਸਮਾਜ, ਆਰੀਆ ਸਮਾਜ, ਰਾਮ ਕ੍ਰਿਸ਼ਨ ਸਮਾਜ, ਇਹ ਸਾਰੀਆਂ ਚੀਜ਼ਾਂ ਪੜ੍ਹਾ ਰਹੇ ਆਪਾਂ ਤੁਹਾਨੂੰ ਜਿਹੜੀਆਂ ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ ਸੀਗੀਆਂ। ਅਲੀਗੜ੍ਹ ਲਹਿਰ ਦੀ ਸ਼ੁਰੂਆਤ ਕਦੋਂ ਕੀਤੀ ਗਈ? 8ਵੀਂ ਦੇ ਲੈਸਨਾਂ ਦੇ ਵਿੱਚ ਨੇ ਇਹ ਪ੍ਰਸ਼ਨ। ਸਰ ਸੈਯਦ ਅਹਿਮਦ ਖਾਨ, ਜੋ ਕਿ PS ਟੈਟ ਦੇ ਲਈ ਬਹੁਤ ਜ਼ਿਆਦਾ ਢੁਕਵੇਂ ਨੇ। ਸਰ ਸੈਯਦ ਅਹਿਮਦ ਮੁਸਲਮਾਨ ਵਿਅਕਤੀ ਸੀਗੀ। ਇਹ ਮੁਸਲਮਾਨ ਧਰਮ ਦੇ ਵਿੱਚੋਂ ਇੱਕ ਮਹਾਨ ਵਿਅਕਤੀ ਹੋਏ ਨੇ ਭਾਰਤ ਦੇ ਵਿੱਚ, ਜਿਨ੍ਹਾਂ ਦਾ ਮੁਸਲਿਮ ਕਮਿਊਨਿਟੀ ਦੇ ਵਿੱਚ ਵੱਡੇ ਪੱਧਰ 'ਤੇ ਨਾਮ ਪੇਸ਼ ਕੀਤਾ ਜਾਂਦਾ, ਜਿਨ੍ਹਾਂ ਨੇ ਅਲੀਗੜ੍ਹ ਲਹਿਰ ਦੀ ਸ਼ੁਰੂਆਤ ਕੀਤੀ। ਅਲੀਗੜ੍ਹ ਦੇ ਵਿੱਚ ਇੱਕ ਪਹਿਲਾਂ ਸਕੂਲ ਖੋਲ੍ਹਿਆ, ਫਿਰ ਉਹਨੂੰ ਸਕੂਲ ਨੂੰ ਕਾਲਜ ਬਣਾਇਆ, ਫਿਰ ਉਹਨੂੰ ਯੂਨੀਵਰਸਿਟੀ ਬਣਾਇਆ। ਅੱਜ ਕੱਲ੍ਹ ਅਲੀਗੜ੍ਹ ਯੂਨੀਵਰਸਿਟੀ ਦੇ ਨਾਂ ਨਾਲ ਪ੍ਰਸਿੱਧ ਹੈਗਾ। ਸੋ ਸਰ ਸੈਯਦ ਅਹਿਮਦ ਖਾਨ। ਸੋ ਇਹ ਦੋਸਤੋ ਇਹ ਪ੍ਰਸ਼ਨ ਸੀ ਸਾਰੇ ਵੱਖ-ਵੱਖ ਅੰਦੋਲਨਾਂ ਦੇ ਵਿੱਚੋਂ ਲੈ ਗਏ ਇੰਪੋਰਟੈਂਟ ਪ੍ਰਸ਼ਨ। ਸਤੀ ਪ੍ਰਥਾ ਵਾਲਾ ਜ਼ਰੂਰ ਯਾਦ ਰੱਖਿਓ। 1829 ਦੇ ਵਿੱਚ ਵਿਲੀਅਮ ਬੈਂਟਿਕ ਨੇ ਕਾਨੂੰਨ ਬਣਾਇਆ ਰਾਜਾ ਰਾਮ ਮੋਹਨ ਰਾਏ ਦੇ ਕਹਿਣ ਦੇ ਉੱਤੇ। ਬ੍ਰਹਮੋ ਸਮਾਜ ਦੀ ਉਹਨੇ ਸਥਾਪਨਾ ਕੀਤੀ ਸੀਗੀ। ਆਰੀਆ ਸਮਾਜ ਯਾਦ ਰੱਖਿਓ। ਸੋ ਅਲੀਗੜ੍ਹ ਲਹਿਰ ਦੀ ਸ਼ੁਰੂਆਤ ਆਪਾਂ ਤੁਹਾਨੂੰ ਦੱਸਤਾ। ਇਸ ਤਰ੍ਹਾਂ ਨਾਲ 1 ਤੋਂ 2 ਵਾਰ ਦੇਖਣ ਦੀ ਕੋਸ਼ਿਸ਼ ਕਰਿਓ। ਹੋਰ ਵੀ ਲੈਕਚਰ ਲੈ ਕੇ ਆਵਾਂਗੇ ਸ਼ਾਮ ਤੱਕ। ਕੱਲ੍ਹ ਨੂੰ ਤੁਹਾਡਾ ਪੇਪਰ ਹੈ 24 ਦਸੰਬਰ ਨੂੰ। ਸਾਰਿਆਂ ਲਈ ਸ਼ੁਭਕਾਮਨਾਵਾਂ। ਵਧੀਆ ਪੇਪਰ ਹੋਵੇ, ਘਬਰਾਉਣਾ ਨਹੀਂ। ਟੈਟ ਦਾ ਪੇਪਰ ਇਸ ਵਾਰ ਜ਼ਿਆਦਾ ਔਖਾ ਨਹੀਂ ਆਊਗਾ।
ज़्यादा औखा नहीं आऊगा ਤੁਹਾਡੇ ਲਈ ਵਧੀਆ ਗੱਲ ਹੈ ਇਹ, ਕਿਉਂਕਿ ਸਰਕਾਰ ਦੇ ਇਹ ਚੇਂਜ ਸਰਕਾਰ ਮਤਲਬ ਕੀ ਕਹਿ ਸਕਦੇ ਆਪਾਂ ਵੋਟਾਂ ਦਾ ਸਮਾਂ ਹੈਗਾ, ਵੋਟਾਂ ਦਾ ਤੋਂ ਲੋਕਾਂ ਨੂੰ ਖੁਸ਼ ਕਰਨ ਦੀਆਂ ਭਾਵਨਾਵਾਂ ਨਾਲ ਹੀ ਚੱਲਦੀ ਹੁੰਦੀ ਹੈ ਸਰਕਾਰ। ਸੋ ਮੇਰੀਆਂ ਸ਼ੁਭਕਾਮਨਾਵਾਂ ਨੇ ਕੱਲ੍ਹ ਲਈ ਤੁਹਾਡੇ ਲਈ SST ਵਾਲਿਆਂ ਵਾਸਤੇ। ਇੱਕ ਜਾਂਦੇ ਜਾਂਦੇ ਮੈਂ ਤੁਹਾਨੂੰ ਨੋਟ ਕਰਵਾ ਦਿਆਂ ਵੀ 1200 ਪ੍ਰਸ਼ਨ ਵਾਲੀ ਫਾਈਲ ਜ਼ਰੂਰ ਲਵੋ ਆਪਣੀ, ਸਿਰਫ 200 ਰੁਪਏ ਦੇ ਵਿੱਚ। 200 ਰੁਪਏ ਕੁਛ ਨਹੀਂ ਹੁੰਦਾ, ਇੱਕ ਬਰਗਰ ਮਸਾਂ ਆਉਂਦਾ 200 ਰੁਪਏ ਦਾ। ਸੋ 1200 ਪ੍ਰਸ਼ਨ ਮਿਲਣਗੇ, ਪ੍ਰੈਕਟਿਸ ਹੋਊਗੀ, ਇਹ ਸਾਰੇ ਪ੍ਰਸ਼ਨ ਹੋਣਗੇ ਉਹਦੇ ਵਿੱਚ। ਗੂਗਲ ਪੇ ਕਰ ਦਿਓ ਅਤੇ ਅਸੀਂ ਤੁਹਾਨੂੰ ਫਾਈਲ ਭੇਜ ਦਾਂਗੇ। ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਸ਼ੇਅਰ ਕਰ ਦਿਓ। ਮਿਲਦੇ ਹਾਂ ਅਗਲੇ ਵੀਡੀਓ ਲੈਕਚਰ 'ਚ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।